लाल रंग तिसको लगा जिसके वड भागा। सतगुरु जी कहते ने बाकी दे रंगां नूं तां दाग लग जाते ने, मैले हो जाते ने, पर नाम दे प्रेम दे रंग नूं कदे दाग नहीं लगदा। नहीं लगदा। गुरमुख लालो लाल है ज्यों गहरा रंग गुलाल। सतगुरु सच्चे पातशाह जी प्रमाण दे के समझाते ने कि सिमल दा रुख बड़ा उच्चा हुंदा है। सिमल दे रुख दे जेड़े फुल हुंदे ने बहुते सूहे रंग दे हुंदे ने, लाल रंग दे हुंदे ने, पर प्रमाण दे के समझाउंदे ने जिवें सिमल दे रुख दे फुल्लां दा रंग बहुत थोड़ा समा ते कच्चा हुंदा है, एवें कईयां नूं बैराग पैदा हुंदा है, प्रेम पैदा हुंदा है, अमृत छकदे ने, पर अंदर वो रंग नहीं लगता जो लगना चाहिए। सिमल रुख सरायरा अत दीर्घ अत मुच, ओए जी आवे आस कर जाए निरासे, फल फिक्के फुल बक बके काम न आवे। सतगुरु जी कहते मिठत नीवी नानका गुण चंगियाइया, कह दो सतनाम। काया रंगण जे थिया प्यारे पाइए नाउ जिन्हों पक्का रंग लगा सतगुरु जी उस रंग नूं मजीठी रंग कहते हैं। वो रंग मीरा भगतनी नूं चढ़िया, वो रंग बाबा कबीर जी नूं चढ़िया, वो रंग नामदेव बाबा फरीद जी नूं चढ़िया, वो रंग गुरु के साहिबजादियां नूं चढ़िया सी। ओही रंग सत्कारयोग शहीद बाबा दीप सिंह जी नूं चढ़िया सी। साध संगत शहीदियां पा गए, बंद बंद कटवा लए, पर वो रंग नहीं उतरिया, फिक्का नहीं पिया। आम असी दुनियावी लोग थोड़े जे दुख सुख विच रंग तो बेरंग हो जाते हैं। सो पक्का रंग मजीठी जिसनूं चढ़ गया, भावें मीरा नूं जहर दा प्याला दे दिता, मीरा ने वो जहर दा प्याला भी अमृत समान करके पी लिया। आखो सतनाम। साध संगत अज भी मीरा मरी नहीं, मीरा दा जीवन अज भी साध संगत पढ़ के देखो कि किन्ना ओदा बचपन तो लैके अखीर तक रंग सी। सारा परिवार ओदी अंस बंस सारी उसकी मुखालफत हो गई, पर जेड़ा रंग मीरा नूं मजीठी चढ़िया वो उतरिया नहीं। साध संगत अज मीरा दे रंग नूं रंगी होई नूं वेख के अनेकां धीआं भैणां नूं नाम दा रंग लग्या, प्रेम दा रंग लग्या। सत्कारयोग साध संगत जेहो जिहा तन बस्तर आया सी, बेदाग मीरा दा दुनिया तो गया। सो ऐसे ऐसे रब दे प्यारे जिहड़े वाहिगुरु जी दे रंग विच रंगे होंदे हन, जिनके चोले रतड़े प्यारे कंत तिना के पास, एहो जे रंगे होए गुरमुखां भगतां दे कोल वाहिगुरु जी दे दर्शन हो सकते हैं।
ਆਪਾਂ ਸੰਸਾਰ ਤੇ ਅਨੇਕਾਂ ਤੀਰਥ, ਅਨੇਕਾਂ ਸਰੋਵਰ, ਬੌਲੀਆਂ, ਅਨੇਕਾਂ ਪ੍ਰਕਾਰ ਨਾਲ ਯਾਤਰਾਵਾਂ ਕਰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਨਹਾਵਣ ਕੋ ਤੀਰਥ ਘਣੇ, ਪੂਜਨ ਕੋ ਬਹੁ ਦੇਵ, ਕਹੋ ਕਬੀਰ ਛੂਟਨ ਨਹੀਂ ਛੂਟਨ ਹਰ ਕੀ ਸੇਵ। ਪਰਮਾਤਮਾ ਦੇ ਘਰ ਦੀ ਸੇਵਾ ਤੇ ਸਿਮਰਨ, ਇਹ ਸਾਨੂੰ ਤਾਰਦਾ, ਇਹ ਰੰਗ ਲੱਗਣਾ ਚਾਹੀਦਾ। ਆਪ ਸੰਗਤਾਂ ਆਉਂਦੇ ਹੋ, ਹਮੇਸ਼ਾ ਹੀ ਇਸ ਸਥਾਨ ਤੋਂ ਆਪ ਜੀ ਨੂੰ ਗੁਰਮਤਿ ਦੇ ਰੰਗ ਦੇ ਪਰਥਾਏ, ਅਨੇਕਾਂ ਪ੍ਰਮਾਣ ਇਤਿਹਾਸ ਸਰਵਣ ਕਰਨ ਨੂੰ ਮਿਲਦੇ ਹਨ, ਜਿਹਦੇ ਨਾਲ ਆਪਣੇ ਮਨ ਦੀ ਅਵਸਥਾ ਬਣਾ ਕੇ ਰੱਖਿਆ ਕਰੋ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਾਇਆ ਰੰਗਣ ਜੇਤੀਆ ਤਾਰ ਪਿਆਰੇ, ਪਾਈਏ ਨਾਉ ਮਜੀਠ। ਇਹੋ ਜਿਹਾ ਮਜੀਠੀ ਰੰਗ ਜਿਸ ਨੂੰ ਚੜ ਜਾਏ, ਫਿਰ ਉਹਨੂੰ ਮਾਇਆ ਦਾ ਰੰਗ ਕੱਚਾ ਲੱਗਣ ਲੱਗ ਜਾਂਦਾ। ਨਹੀਂ ਤਾਂ ਸਾਡਾ ਜੀਵਨ ਮਾਇਆ ਪਾਹਿਆ ਪਿਆਰੇ, ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾ। ਮਾਇਆ ਨਾਲ ਇਹ ਮਨ ਪਾਹਿਆ ਪਿਆ, ਭਾਵ ਜਕੜਿਆ ਪਿਆ, ਤੇ ਲੋਭ ਦੇ ਨਾਲ ਇਹ ਰੰਗਿਆ ਹੋਇਆ ਹੈ। ਸਾਧ ਸੰਗਤ ਜਿਨ੍ਹਾਂ ਦਾ ਮਨ ਨਾਮ ਨਾਲ, ਬਾਣੀ ਨਾਲ, ਪ੍ਰੇਮ ਨਾਲ ਰੰਗਿਆ ਹੈ, ਉਹ ਵਾਹਿਗੁਰੂ ਜੀ ਦੇ ਰੰਗਾਂ ਦੀ ਪਹਿਚਾਣ ਕਰ ਸਕਦੇ ਹਨ। ਉਹ ਪਰਮਾਤਮਾ ਆਪਣੇ ਰੰਗਾਂ ਵਿੱਚ ਹੈ ਤੇ ਉਸ ਨੇ ਆਪਣੀ ਮੌਜ ਵਿੱਚ ਇਹ ਬਾਣੀ ਉਚਾਰੀ ਹੈ। ਕਿਸੇ ਨੂੰ ਮਿੱਠੀ ਲੱਗਦੀ ਹੈ, ਕਿਸੇ ਨੂੰ ਕੌੜੀ ਲੱਗਦੀ ਹੈ, ਕਿਸੇ ਨੂੰ ਐਵੇਂ ਲੱਗਦਾ ਹੈ ਕਿ ਇਹਦੇ ਤੋਂ ਗਿਆਨ ਮਿਲਦਾ, ਤੇ ਕੋਈ ਕਹਿੰਦੇ ਵਿਹਲਿਆਂ ਦਾ ਕੰਮ ਹੈ। ਪਰ ਜਿਨ੍ਹਾਂ ਨੂੰ ਸਾਧ ਸੰਗਤ ਮਿੱਠੀ ਲੱਗਦੀ ਹੈ, ਉਹ ਬਾਣੀ ਦਾ ਪਾਠ ਕਰਦੇ ਨੇ, ਬਾਣੀ ਨੂੰ ਯਾਦ ਕਰਦੇ ਨੇ, ਬਾਣੀ ਦੀ ਕਥਾ ਸਰਵਣ ਕਰਦੇ ਨੇ, ਔਰ ਅਨੇਕਾਂ ਪ੍ਰਕਾਰ ਨਾਲ ਮਨ ਦੀ ਸ਼ਾਂਤੀ ਮਿਲਦੀ ਹੈ। ਸਾਹਿਬ ਜੀ ਕਹਿੰਦੇ ਨੇ ਜੋ ਕਿਛ ਕੀਨੋ ਸੋ ਆਪਣੇ ਰੰਗ। ਕਿਸੇ ਦੇ ਘਰ ਵਿੱਚ ਕੋਈ ਜਵਾਨ ਚੜ੍ਹਾਈ ਕਰ ਜਾਏ, ਆਪਾਂ ਬਹੁਤ ਜ਼ਿਆਦਾ ਦੁੱਖ ਵੀ ਮਨਾਉਂਦੇ ਹਾਂ, ਕਿਉਂਕਿ ਕੋਈ ਜਵਾਨ ਚੜ੍ਹਾਈ ਕਰ ਗਿਆ। ਪਰ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਇੱਕ ਵਾਕ ਬੋਲਿਆ ਜਾਂਦਾ ਹੈ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਜੇ ਪਰਮਾਤਮਾ ਸੰਸਾਰ ਤੇ ਭੇਜਦਾ ਹੈ ਤੇ ਖੁਸ਼ੀ ਹੁੰਦੀ ਹੈ, ਜੋ ਲੈ ਜਾਂਦਾ ਤੇ ਉਹਦੀ ਮੌਜ ਹੈ। ਉਹਦੇ ਰੰਗ ਵਿੱਚ ਰਹਿਣ ਵਾਲੇ ਸਾਧ ਸੰਗਤ ਆਪ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੋ ਛੋਟੇ ਬੱਚਿਆਂ ਦੀ ਸ਼ਹੀਦੀ ਦੇ ਦਾਸਤਾਨ ਨੂੰ ਮਾਛੂਵਾੜੇ ਦੇ ਜੰਗਲ ਵਿੱਚ ਜਦੋਂ ਸੁਣਿਆ, ਸਤਿਕਾਰਯੋਗ ਸਾਧ ਸੰਗਤ ਪਰਮਾਤਮਾ ਦਾ ਸ਼ੁਕਰਾਨਾ ਕੀਤਾ। हे ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। ਸ਼ੁਕਰ ਹੈ, ਕਿਉਂ ਕਿ ਦੁਨੀਆ ਤੋਂ ਬੱਚੇ ਚਲੇ ਗਏ। ਸ਼ੁਕਰਾਨਾ ਇਸ ਗੱਲ ਦਾ ਕੀਤਾ ਕਿ ਜਦੋਂ ਸੋ ਮਿਲੀ, ਸਤਿਗੁਰਾਂ ਨੂੰ ਆ ਕੇ ਦੱਸਿਆ, ਸਤਿਗੁਰਾਂ ਪੁੱਛਿਆ ਸਾਹਿਬਜ਼ਾਦਿਆਂ ਨੇ ਕਿਤੇ ਰੋਣਾ ਤੇ ਨਹੀਂ ਕੀਤਾ, ਕਿਤੇ ਉਹਨਾਂ ਨੇ ਚੀਕਾਂ ਤੇ ਨਹੀਂ ਮਾਰੀਆਂ, ਉਹਨਾਂ ਨੇ ਕੁਛ ਹੋਰ ਤਾਂ ਯਾਦ ਨਹੀਂ ਕੀਤਾ, ਉਹ ਹਾਏ ਹਾਏ ਤੇ ਨਹੀਂ ਸਨ ਕਰਦੇ ਜਦੋਂ ਸ਼ਹੀਦ ਹੋਏ। ਨਹੀਂ ਮਹਾਰਾਜ, ਹੱਸਦਿਆਂ ਹੱਸਦਿਆਂ ਸਾਹਿਬਜ਼ਾਦੇ ਜਕਾਰੇ ਛੱਡਦਿਆਂ ਸ਼ਹੀਦ ਹੋਏ ਨੇ। ਧੰਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ
ਕਹਿੰਦੇ ਨੇ हे ਅਕਾਲ ਪੁਰਖ ਵਾਹਿਗੁਰੂ ਤੇਰਾ ਸ਼ੁਕਰ ਹੈ ਗੁਰਸਿੱਖੀ ਨਿਭਾਉਂਦਿਆਂ ਹੋਇਆਂ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਕਹਿਣ ਤੋਂ ਮੁਰਾਦ ਕਿ ਹਰੇਕ ਰੰਗ ਵਿੱਚ ਮਾਲਕ ਦੇ ਚ ਖੁਸ਼ ਰਹਿਣਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਪਰਮੇਸ਼ਰ ਰੂਪ ਨੇ, ਜਿਨ੍ਹਾਂ ਨੂੰ ਤਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਸੀਸ ਚ ਪਾ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੇ ਮੁਖ ਦਾ ਬਚਨ ਹੈ ਤੇਰਾ ਕੀਆ ਮਿੱਠਾ ਲਾਗੇ। ਇਹਨੂੰ ਕਹਿੰਦੇ ਵਾਹਿਗੁਰੂ ਜੀ ਦਾ ਰੰਗ, ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ। ਸਤਿਕਾਰਯੋਗ ਸਾਧ ਸੰਗਤ, ਅੱਜ ਵੀ ਬੜੇ ਗੁਰਮੁਖ ਪਿਆਰੇ ਗੁਰਸਿੱਖ ਪਰਿਵਾਰ ਨੇ ਹਰੇਕ ਸਮੇਂ ਵਾਹਿਗੁਰੂ ਜੀ ਦੇ ਹੁਕਮ 'ਚ ਖੁਸ਼ ਰਹਿੰਦੇ ਨੇ, ਪ੍ਰਸੰਨ ਰਹਿੰਦੇ ਨੇ। ਇਸ ਲਈ ਉਹ ਮਾਲਕ ਦੇ ਰੰਗਾਂ ਦੀ ਪਹਿਚਾਣ ਕਰਦੇ ਹਨ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਸਾਧ ਸੰਗਤ ਉਹਦੇ ਰੰਗਾਂ ਨੂੰ ਪਹਿਚਾਨਣਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਰੰਗ ਜਦੋਂ ਚੜ ਜਾਏ, ਫਿਰ ਦੁੱਖ ਸੁੱਖ ਭੁੱਖ ਪਿਆਸ ਉਸਤਤ ਨਿੰਦਿਆ ਮਾਨ ਅਭਿਮਾਨ ਘਾਟਾ ਵਾਧਾ ਹਾਨੀ ਲਾਭ ਸਭ ਫਿਰ ਬਰਾਬਰ ਹੀ ਲੱਗਣ ਲੱਗ ਜਾਂਦੇ। ਤੇਰਾ ਹੁਕਮ ਹੈ ਜਿੱਥੇ ਰੱਖੇ ਸੁਖ ਤਥਾਈ, ਜਿੱਥੇ ਰੱਖੇ ਫਿਰ ਮੈਨੂੰ ਉੱਥੇ ਸੁਖ ਲੱਗਦਾ। ਸੋ ਸਾਧ ਸੰਗਤ, ਉਸ ਵਾਹਿਗੁਰੂ ਦੇ ਰੰਗ ਜਿਸ ਨੂੰ ਚੜ ਗਏ ਉਹ ਹੈ ਨਾਮ ਦਾ ਰੰਗ, ਬਾਣੀ ਦਾ ਰੰਗ, ਸਿਮਰਨ ਦਾ ਰੰਗ। ਆਓ 5-7 ਮਿੰਟ ਸਾਰੇ ਮਨ ਕਰੋ ਇਕਾਗਰ, ਨੇਤਰ ਕਰੋ ਬੰਦ, ਮੋਬਾਈਲ ਫੋਨ ਸਾਇਲੈਂਟ ਰੱਖੋ। ਆਓ ਫਿਰ ਆਪਾਂ ਸਿਮਰਨ ਕਰੀਏ। ਉਸ ਤੋਂ ਬਾਅਦ ਲੜੀਵਾਰ ਜੋ ਸੁਖਮਨੀ ਸਾਹਿਬ ਜੀ ਦੀ ਕਥਾ ਚੱਲਦੀ ਹੈ, ਇੱਕ ਪਦੇ ਦੀ ਵਿਚਾਰ ਕਰਾਂਗੇ। ਬਾਅਦ ਵਿੱਚ ਸਾਰੇ ਕੀਰਤਨ ਸਰਵਣ ਕਰਕੇ ਖੁਸ਼ੀਆਂ ਲਵਾਂਗੇ। ਪਿਆਰ ਨਾਲ ਸਾਰੀ ਸੰਗਤ ਰਸਨਾ ਪਵਿੱਤਰ ਕਰੋ। ਵਾਹਿਗੁਰੂ 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 ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ
11ਵੀਂ ਅਸ਼ਟਪਦੀ ਦਾ 6ਵਾਂ ਪਦਾ, ਜਿਸ ਦੀ ਵਿਆਖਿਆ ਆਪਾਂ ਸਰਵਣ ਕਰਾਂਗੇ। ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਇ ਰਹੈ ਨਿਵਾਤ। ਸਾਡੇ ਆਮ ਸੰਸਾਰੀ ਜੀਵਾਂ ਦੀ ਜੋ ਜੀਵਨੀ ਹੈ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਨ, ਕਬਹੂ ਨਿਰਤ ਕਰੈ ਬਹੁ ਭਾਂਤ। ਕਈ ਵਾਰ ਤੇ ਇਹ ਜੀਵ ਕਈ ਪ੍ਰਕਾਰ ਦੇ ਨਾਚ ਨੱਚਦਾ ਹੈ, ਕਈ ਦੁਨਿਆਵੀ ਰੰਗਾਂ ਵਿੱਚ ਮਸਤ ਰਹਿੰਦਾ ਹੈ। ਉਹ ਵਿਰਲੇ ਨੇ ਜਿਹਨੂੰ ਵਾਹਿਗੁਰੂ ਜੀ ਦਾ ਰੰਗ ਚੜ ਜਾਂਦਾ। ਕੋਈ ਆਲ ਮਸਤ, ਕੋਈ ਮਾਲ ਮਸਤ, ਕੋਈ ਤੋਤੀ मैना सुए में, एक मस्ती बिन और मस्त सब पड़े अविद्या कुएं में। गिरधर कवि जी होए ने बड़े अभ्यासी रब दे पै वाले। वो कहते ने कोई आल मस्त, कोई माल मस्त। ਕਿਸੇ ਨੂੰ ਤੇ ਘਰਾਂ ਦਾ ਹੀ ਰੰਗ ਚੜਿਆ ਹੋਇਆ, ਘਰ ਚੋਂ ਹੀ ਨਹੀਂ ਨਿਕਲਦੇ, ਜਿਵੇਂ ਘਰ ਹੀ ਜੇਲ੍ਹ ਬਣ ਗਈ ਹੈ। ਘਰ ਨੂੰ ਹੀ ਨਹੀਂ ਛੱਡਦੇ, ਜੇ ਮਰ ਵੀ ਜਾਣਾ ਤਾਂ ਵੀ ਘਰ ਵਿੱਚ ਭੂਤ ਬਣ ਕੇ ਤੁਰੇ ਫਿਰਦੇ ਨੇ। ਇੰਨਾ ਘਰ ਨਾਲ ਮੋਹ ਹੁੰਦਾ ਹੈ। ਇਹਨੂੰ ਕਹਿੰਦੇ ਕੋਈ ਆਲ ਮਸਤ। ਆਲਾ ਮਤਲਬ ਘਰ। ਕੋਈ ਮਾਲ ਮਸਤ। ਮਾਤ ਮਾਇਆ, ਮਾਇਆ ਦੇ ਪਦਾਰਥ। ਕਈਆਂ ਦੇ ਇਹਨਾਂ ਨਾਲ ਇੰਨੀ ਪ੍ਰੀਤੀ, ਇੰਨੇ ਮਸਤ ਹੁੰਦੇ ਨੇ ਕਿ ਇਹਨਾਂ ਚੋਂ ਨਿਕਲਦੇ ਹੀ ਨਹੀਂ। ਸੁਰਤ ਇਹਨਾਂ ਤੋਂ ਪਾਸੇ ਹੁੰਦੀ ਨਹੀਂ। ਕੋਈ ਤੋਤੀ मैना ਸੂਏ ਮੇ। ਕੋਈ ਜਵਾਨੀ ਦੀ ਮਸਤੀ ਵਿੱਚ ਹੈ ਤੇ ਕੋਈ ਕਿਸੇ ਦੀ ਜਵਾਨੀ ਦੀ ਮਸਤੀ ਵਿੱਚ ਹੈ, ਪਿੱਛੇ ਪਿੱਛੇ ਫਿਰਦਾ ਹੈ। ਗਿਰਧਰ ਕਵੀ ਕਹਿੰਦੇ ਨੇ, ਇੱਕ ਮਸਤੀ ਬਿਨ ਔਰ ਮਸਤ ਸਭ ਪੜੇ ਅਵਿਦਿਆ ਕੁਏ ਮੇ। ਕਹਿੰਦੇ ਭਲਿਓ, ਇੱਕ ਵਾਹਿਗੁਰੂ ਦੀ ਮਸਤੀ ਤੋਂ ਬਿਨਾ ਉਹਦੇ ਰੰਗ ਵਿੱਚ ਨਾਚ ਨੱਚੋ। ਪੀਰ ਬੁੱਧੂ ਸ਼ਾਹ ਜੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਆਏ ਸਨ, ਦਰਸ਼ਨਾਂ ਨੂੰ ਅੰਦਰ ਮਾਣ ਸੀ ਕਿ ਮੈਂ ਵੀ ਇੱਕ ਪੀਰ ਹਾਂ ਤੇ ਇਹ ਵੀ ਇੱਕ ਹਿੰਦੂਆਂ ਦੇ ਪੀਰ ਨੇ। ਸਾਧ ਸੰਗਤ ਅੰਦਰ ਮਾਣ ਹੈ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਪਹਿਚਾਣ ਗਏ। ਕਹਿਣ ਲੱਗੇ, ਪੀਰ ਜੀ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਕਿਸੇ ਤਰ੍ਹਾਂ ਦਾ ਹਉਮੈ ਨਹੀਂ ਰੱਖੀਦਾ। ਇਹ ਘਰ ਨਿਮਰਤਾ ਦਾ ਘਰ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਤਰ੍ਹਾਂ ਦੀ ਇੱਥੇ ਹਉਮੈ ਮੈਂ ਮੇਰੀ ਨਹੀਂ ਰੱਖੀਦੀ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਵੱਲ ਜਦੋਂ ਨਜ਼ਰ ਭਰ ਕੇ ਦੇਖਿਆ, ਸਾਧ ਸੰਗਤ, ਪੀਰ ਬੁੱਧੂ ਸ਼ਾਹ ਦਾ ਹਉਮੈ ਸਾਰਾ ਚੂਰ ਚੂਰ ਹੋ ਗਿਆ। ਸਤਿਗੁਰੂ ਕਲਗੀਧਰ ਸੱਚਾ ਪਾਤਸ਼ਾਹ ਜੀ ਦੇ ਸਾਹਮਣੇ ਦੋਨੋਂ ਹੱਥ ਫੈਲਾ ਕੇ ਨੱਚਣ ਲੱਗ ਪਿਆ। ਇੰਨੀ ਮਸਤੀ ਆਈ ਕਿ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ। ਮਹਾਰਾਜ ਜੀ ਕਹਿੰਦੇ ਕਿ ਇਹ ਜੀਵ ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹੈ। ਸਾਡੇ ਆਮ ਦੁਨਿਆਵੀ ਜਿਹੜੇ ਰੰਗ ਨੇ, ਸਾਡੀ ਖੁਸ਼ੀ ਹੈ,
ਦੁਨਿਆਵੀ ਨਿਰਤ ਵਿੱਚ ਨੱਚਦੇ ਰਹਿੰਦੇ ਹਨ, ਵਾਹਿਗੁਰੂ ਦੇ ਰੰਗ ਵਿੱਚ ਨਹੀਂ ਨੱਚਦੇ ਅਸੀਂ। ਉਸ ਦੀ ਖੁਸ਼ੀ ਵਿੱਚ ਪ੍ਰਸੰਨ ਨਹੀਂ ਰਹਿੰਦੇ, ਬਹੁ ਭਾਂਤਾਂ ਕਰਕੇ ਦੁਨਿਆਵੀ ਨਾਚ ਨੱਚਦੇ ਰਹਿੰਦੇ ਹਨ। ਬਹੁਤ ਜੀਵ ਐਸੇ ਹਨ, ਜ਼ਿੰਦਗੀ ਭਰ ਅਗਿਆਨਤਾ ਦੀ ਨੀਂਦ ਸੁੱਤੇ ਰਹਿੰਦੇ ਹਨ। ਕਬਹੂ ਸੋਏ ਰਹਿ ਦਿਨ ਰਾਤ ਜ਼ਿੰਦਗੀ ਲੰਘ ਜਾਂਦੀ ਹੈ। ਇੱਕ ਵਾਰੀ ਇੱਕ ਮਾਤਾ ਨੂੰ ਅਖੀਰਲੇ ਟਾਈਮ ਤੇ ਬੜੀ ਦੁਖੀ ਸੀ। ਮੈਂ ਕਿਹਾ ਵੀ ਮੂੰਹ ਤੋਂ ਬੋਲ ਵਾਹਿਗੁਰੂ। ਉਹ ਕਹਿੰਦੀ ਹੈ ਵਾਹਿਗੁਰੂ ਨਹੀਂ ਨਿਕਲਦਾ। ਮੈਂ ਕਿਹਾ ਵੀ ਤੂੰ ਹੁਣੇ ਤੇ ਕਹਿ ਰਹੀ ਹੈ ਵੀ ਵਾਹਿਗੁਰੂ ਨਹੀਂ ਨਿਕਲਦਾ, ਤੇ ਪਿਆਰ ਨਾਲ ਬੋਲਦੇ ਵਾਹਿਗੁਰੂ। ਹਾਏ ਹਾਏ ਕਰੇ, ਕਹਿੰਦੀ ਸਾਰੀ ਉਮਰ ਨਹੀਂ ਨਿਕਲਿਆ ਤੇ ਹੁਣ ਵੀ ਨਹੀਂ ਨਿਕਲਦਾ। 5-7 ਮਿੰਟ ਕੋਸ਼ਿਸ਼ ਕੀਤੀ, ਪਰ ਮਾਤਾ ਨੇ ਅਖੀਰਲੇ ਟਾਈਮ ਤੇ ਵੀ ਪਿਆਰ ਨਾਲ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਕਹਿੰਦੀ ਨਹੀਂ ਨਹੀਂ, ਮੇਰੇ ਮੂੰਹ ਤੋਂ ਨਹੀਂ ਨਿਕਲਦਾ। ਅਸਲੀਅਤ ਹੈ ਸਾਧ ਸੰਗਤ, ਇੰਨਾ ਬੰਦਾ ਸੰਸਾਰ ਵਿੱਚ ਸੰਸਾਰ ਦੇ ਧੰਦਿਆਂ 'ਚ ਖੁੱਭ ਕੇ ਅੰਦਰੋਂ ਦੁਖੀ ਹੈ ਕਿ ਜਿਹਦੇ ਮੁਖ ਤੋਂ ਵਾਹਿਗੁਰੂ ਜਾਪ ਨਹੀਂ ਨਿਕਲਦਾ। ਸੋ ਤੁਸੀਂ ਬਾਰ-ਬਾਰ ਇੱਥੇ ਸੰਗਤ ਵਿੱਚ ਇੰਨੇ ਲੰਮੇ ਸਮੇਂ ਤੋਂ ਆਉਂਦੇ ਹੋ, ਇੱਕੋ ਗੱਲ ਨੂੰ ਬਾਰ-ਬਾਰ ਸੁਣਦੇ ਹੋ ਕਿ ਸਾਨੂੰ ਜੀਵਨ ਹੀ ਇਸ ਵਾਸਤੇ ਮਿਲਿਆ ਹੈ। ਹੋਰ ਨਾਚ ਨੱਚਣੇ ਨਾਚਿਆਂ ਦਾ ਕੰਮ ਹੈ, ਸਾਡਾ ਕੰਮ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਕਿ ਆਮ ਜੀਵਾਂ ਦੀ ਇਹ ਹਾਲਤ ਹੈ, ਕਬਹੂ ਨਿਰਤ ਕਰੇ ਬਹੁ ਭਾਤ, ਕਬਹੂ ਸੋਏ ਰਹੇ ਦਿਨ ਰਾਤ। ਕਿਤੇ ਤੇ ਦੁਨਿਆਵੀ ਨਾਚ ਖੇਡਾਂ ਵਿੱਚ ਰਚਿਆ ਰਹਿੰਦਾ, ਕਿਤੇ ਦਿਨ ਰਾਤ ਅਗਿਆਨਤਾ ਦੀ ਨੀਂਦ 'ਚ ਸੁੱਤਾ ਰਹਿੰਦਾ ਹੈ। ਸਾਹਿਬ ਕਹਿੰਦੇ ਕਬਹੂ ਮਹਾ ਕ੍ਰੋਧ ਵਿਕਰਾਲ, ਕਹਿੰਦੇ ਇਹਦੇ ਅੰਦਰ ਇਹੋ ਜਿਹਾ ਚੰਡਾਲ ਕ੍ਰੋਧ ਪੈਦਾ ਹੋ ਜਾਂਦਾ ਹੈ ਕਿ ਇਹ ਕੁਛ ਵੀ ਨਹੀਂ ਵੇਖਦਾ। ਫਿਰ ਮਨ ਜੋ ਕੁਛ ਆਉਂਦਾ ਫਿਰ ਇਹ ਚਲਾ ਦਿੰਦਾ ਹੈ, ਹੱਥ ਤੋਂ, ਮੂੰਹ ਤੋਂ, ਅੱਖਾਂ ਤੋਂ। ਕ੍ਰੋਧ ਬੜਾ ਚੰਡਾਲ ਹੈ। ਸਤਿਗੁਰੂ ਜੀ ਕਹਿੰਦੇ ਬੜਾ ਵਿਕਰਾਲ ਰੂਪ ਧਾਰਨ ਕਰ ਲੈਂਦਾ ਇਹ ਕ੍ਰੋਧ। ਹੇ ਕ੍ਰੋਧਾ ਕਦੰਚ ਕਰੁਣਾ ਨਾ ਉਪਰਜਤੇ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕ੍ਰੋਧ ਅੰਦਰ ਵੀ ਕਦੇ ਦਇਆ ਹੁੰਦੀ ਹੈ, ਕਦੇ ਅੱਗ ਦਾ ਗੋਲਾ ਵੀ ਠੰਡਕ ਦਿੰਦਾ। ਸੂਰਜ ਦੇ ਅੰਦਰ ਤਪਸ਼ ਹੀ ਤਪਸ਼ ਹੈ, ਉਹਦੇ ਅੰਦਰ ਸੀਤਲਤਾ ਨਹੀਂ ਹੈ। ਜਿਸ ਦੇ ਅੰਦਰ ਕ੍ਰੋਧ ਪੈਦਾ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਵਿਕਰਾਲ ਰੂਪ ਧਾਰਨ ਕਰ ਲੈਂਦਾ। ਇਹ ਜੀਵ ਕਦੇ ਇੰਨੇ ਕ੍ਰੋਧ 'ਚ, ਦੇਖੋ ਕਿੰਨੀਆਂ ਅਵਸਥਾ ਬਦਲਦੀਆਂ ਨੇ। ਕਿਤੇ ਤੇ ਦੁਨਿਆਵੀ ਨਾਚ ਨੱਚਣ ਲੱਗ ਜਾਂਦਾ ਹੈ, ਭਾਵੇਂ ਗੁਰੂ ਨੂੰ ਪਿੱਠ ਦੇਣੀ ਪੈ ਜਾਏ ਪ੍ਰਵਾਹ ਨਹੀਂ ਕਰਦਾ। ਵਿਆਹਾਂ ਸ਼ਾਦੀਆਂ 'ਚ ਅਸੀਂ ਕਿੰਨੇ ਗੰਦੇ ਨਾਚ ਕਰਦੇ ਹਾਂ। ਸਾਧ ਸੰਗਤ ਸ਼ਰਾਬਾਂ ਨਾਲ ਨਾਚ, ਮਾਸ ਖਾਣ ਨਾਲ ਨਾਚ, ਗੰਦੇ ਗੀਤਾਂ ਨਾਲ ਨਾਚ। ਮਹਾਰਾਜ ਕਹਿੰਦੇ ਨਿਰਤ ਕਾਹਦਾ ਹੈ? ਕਈ ਭਾਂਤਾਂ ਕਰਕੇ ਜੀਵ ਐਵੇਂ ਨੱਚਦਾ ਹੈ। ਜਵਾਨੀ ਦਾ ਨਾਚ ਵੱਖਰਾ, ਬਾਲਪਨ ਦਾ ਵੱਖਰਾ, ਬੁਢਾਪੇ ਦਾ ਵੱਖਰਾ। ਕਿਸੇ ਨਾ ਕਿਸੇ ਰੂਪ ਵਿੱਚ ਨਿਰਤ ਕਰਦਾ ਹੀ ਰਹਿੰਦਾ ਹੈ। ਕਬਹੂ ਸੋਏ ਰਹਿ ਦਿਨ ਰਾਤ ਅਗਿਆਨਤਾ ਦੀ ਨੀਂਦ 'ਚ ਸੁੱਤਾ ਰਹਿੰਦਾ। ਕਿਤੇ ਕਿਤੇ ਇਹਦੇ ਤੇ ਕ੍ਰੋਧ ਆ ਜਾਂਦਾ, ਛਾ ਜਾਂਦਾ ਹੈ, ਫਿਰ ਇਹਨੂੰ ਅੰਦਰੋਂ ਵਾਲ ਵਾਲ ਦੁਖੀ ਕਰਦਾ ਹੈ। ਕਬਹੂ ਮਹਾ
क्रोध विकराल कबहू सर्व की होत रवाल। भागा वाला इंसान है कि जे किते सब दी रेण हो जाए, मन निमरता च आ जाए, दुविधा दूर कर लवे, हौमे दा पड़दा लथ जाए, हंकार तो रहत हो जाए। फिर महाराज जी कहते कबहू सर्व की होत रवाल। उस वेले फिर इहदा मन जिहड़ा ना संगत की धूड़ी लोड़दा है, अंदर निमरता आ जाती है तो फिर साधुआं की धूड़ी लोड़दा है मन। ते जदों अंदर इहदे क्रोध पैदा हुंदा है वो महा विकराल रूप धारण कर लैंदा है। मतलब बिरती छिन छिन विच बदलती है। सच जाणियो जिन्हां नूं वाहिगुरू दा रंग लगा है ना वो एक रंग विच हमेशा रहिंदे हन, उन्हां दा रंग एवें बार बार बदलदा नहीं। महाराज कहते कबहू सर्ब की होत रवाल। किते किते मन निमरता च आ जाता है, सबना दी धूड़ हो जाता है। ऐनी निमरता धारण करता है कि फिर संगत दे भांडे मांजण लग जाता है, सेवा करन लग जाता है, हाथ जोड़ के निमरता नाल सब दा सत्कार करता है मन। कबहू होए बह बड़ राजा, इहो ही मन इहो ही जीव किते वड्डा राजा बन के बह जाता भी मेरे वर्गा दुनिया ते तनाड़ बंदा कोई नहीं। ते अमीर बंदा फिर डरदा भी किसी तो नहीं है, वो पाप करता है, उसनू पाप प्यारा लगता है। ताइयों देखो अजकल दे राजे महाराजे जिहड़े ने मंत्री मुख मंत्री प्रधानमंत्री किते न्याय करते हैं कोई? जे न्याय करते होण ते फिर लोग सड़कों ते बैठ के मुजाहरे क्यों करन? फिर लोग बेचारे फाह लैके क्यों मरन? अत्याचारी हो जाते ने राजे राजे पाप कमाउंदे, उल्टी वाड़ खेत को खाई। राजे होए रिश्वती वड्डी लैके हक गवाई। रिश्वतां लैंदे ने, पैसा इकट्ठा करते ने। मैं कई बारी बचन करया करदा जी एक राजा ही नहीं रजिया तो आम बंदा कित्थों रज जाएगा। राजा राज ना तृप्तिया, राजा राज पाके भी रजिया नहीं है। सतगुरु श्री गुरु अर्जन देव पातशाह जी कहते जिवें अग बलदी होवे जे बुझाउणी होवे तां पानी पाओ, ते जे अग उत्ते तेल पा दिओ तां अग होर मचदी है, वो भांबड़ मचदा है। सहस खट्टे लख को उठतावे, तृप्त न आवे माया पाछे पावे। इस करके तृष्णा फिर बुझदी नहीं, ये तुही रहिंदी है। इस वास्ते महाराज कहते ने किते ये राजा बन के बह जाता, बनाउण वाला ते परमात्मा है। जे उन्हें राजा बनाया तो एक छिन विच पखारी भी कर सकता है। जेड़ा राजा महाराजा धनाड़ बंदा वाहिगुरु जी नूं याद रखता है, आपस को जो जाने नीचा सो गनिए सबके ऊंचा। आपस को जो भला कहावै तिसे भलाई लिखट न आवे। गुरु साहब कहते उहदे भलाई नेड़े नहीं आउंदी। ते जिहड़ा निमरता रखदा है उहदे अंदर बड़े चंगे गुण पैदा हुंदे ने ते साथ संगत उहदे सारे मित्र बन जाते। इसलिए साहब जी कहते मन की अवस्था है कबहू होए वह बड़ राजा, वड्डा राजियां दा राजा बन के बह जाता है कि मैनू कोई परवाह नहीं किसी दी। कबहू भिखारी
नीच का साजा। ये सारी परमात्मा की सृष्टि दे जीवां की हालत है। ये मन की अवस्था दस रहे ने सतगुरु जी। भई किते ते उच्चा बन जाता है, किते बहुत निमरता च आ जाता है, एक अवस्था च ज्ञानवान रहिंदा है। आए को हरख नहीं, गए को शोक नहीं, कैसे निर्द्वंद पयो समझने की बात है। भरतरी हरि जी कहते ने आए दी खुशी नहीं, गए दी गमी नहीं, वाहिगुरु दे रंग च मस्त रहिंदा है रब दा प्यारा। साहब जी कहते ने आम दुनियावी जीव दा मन कबहू होए बह बड़ राजा, कबहू भिखारी नीच का साजा। फिर जदों कुदरत दे रंग बदलते ने, राजे तो भिखारी बन जाता। फिर ये नीच बन जाता है, भाव नीवें कर्म करन लग जाता है। ते राजे होके जिहड़े नीवें कर्म करते ने, साध संगत तो राजे नहीं, वो लोग दुखी ने, परेशान ने। महाराजा रणजीत सिंह जी अपने राज काल विच कई बार अपनी राज नगरी दे जीवां दा दुख सुख अनुभव करन लई कई बार आप भेस वटा के अपने राज विच विचरिया करते सी। कहते कि भेस वटा के महाराजा रणजीत सिंह जी चल रहे ने, ते किसे माता ने सिर ते गठड़ी चुकी हुई है, गर्मी दे दिन ने, पसीना आ रहा है, धुप सिखरां दी है, तुरिया जाता नहीं। महाराजा रणजीत सिंह जी भेस वटाया होया कोल दी लंघे, कहंदे माता जी कित्थे जाना है? कि पुत फलानी जगह ते, लै फिर गठड़ी मैनू दे दे, मैं तेरी गंढ उत्थे पहुँचा देंदा हाँ। ऐसा राजा लभेगा? साध संगत माता दी गंढ सिर ते चुक के महाराजा रणजीत सिंह शेरे पंजाब माता दा उस समान उहदे टिकाणे ते पहुँचा के ते उहदे पैरां नूं हत्थ लगा रहा है। साध संगत इसलिए ऐसे ऐसे संसार ते जिहड़े गुरमुख ने ना, साध संगत महाराजा रणजीत सिंह जी का नाम हरमंदर साहिब सचखंड अमृतसर मेन किवाड़ के उपर लिखिया होया है। साध संगत इस करके जदों गुरु घर का कोई सेवक बन जाता है, वो राजा हो के भी उच्चा है। तो जिहड़ा राजा होके पाप अपराध करता है, महाराज जी कहते कबहू भिखारी नीच का साजा। फिर वो साजन हारे ने फिर एहो जी साजना साजी कि राजे नूं भिखारी बना दिता। सो साध संगत वाहिगुरु की खुशी होवे ते कीड़ी नूं थापना, गरीब नूं थापना देवे ते बादशाह बना देवे। ते जे ओ नदर उपट्ठी जे करे सुल्ताना घाओ कराएंदा दा अर्थ है कि सुल्तान बादशाह साध संगत एक गरीब की तरह, एक गधे की तरह, एक आम भिखारी की तरह विचरण लग जाता है। ऐसा देखण विच एक नहीं अनेकां ही साध संगत इतिहास आए। सो महाराज कहते हैं जेड़ा गुरु का प्यारा, गुरु का सिख है, अंतली तुक विच साहब जी का रिजल्ट कढणगे। ये मन दी अवस्था दस रहे हैं, किते तां ये राजा बन के बह जाता मन, किते भिखारी हो जाता। कबहू अपकीरत में आवे, किते ते परमात्मा की कीर्ति करता है, किते अपकीरत विच आ जाता है। कबहू अपकीरत में आवे, कबहू भला भला कहावे।
ਕਿਤੇ ਸੋਚਦਾ ਵੀ ਮੇਰੀ ਕੋਈ ਵਡਿਆਈ ਕਰੇ, ਮੈਂ ਬਹੁਤ ਚੰਗਾ ਕੰਮ ਕੀਤਾ, ਮੇਰੇ ਬਾਰੇ ਕੋਈ ਬੋਲੇ, ਤੇ ਬੜਾ ਇਹ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ ਹੈ। ਇਸ ਨੂੰ ਅੱਛਾ ਲੱਗਦਾ ਹੈ ਮਨ ਨੂੰ ਕਿ ਮੇਰੀ ਕੋਈ ਵਡਿਆਈ ਕਰੇ। ਗੁਰੂ ਸਾਹਿਬ ਜੀ ਕਹਿੰਦੇ ਇਹ ਸਾਰੀ ਮਨ ਦੀ ਅਵਸਥਾ ਹੈ। ਜਿਉ ਪ੍ਰਭ ਰਾਖੈ ਤਿਵਹਿ ਰਹੈ, ਜੋ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਜਿਵੇਂ ਵਾਹਿਗੁਰੂ ਜੀ ਰੱਖਣ ਉਵੇਂ ਰਵੇ। ਉਹ ਵਿਰਲਾ ਗੁਰੂ ਦਾ ਗੁਰਸਿੱਖ ਹੈ ਕਿ ਜਿਵੇਂ ਜਿਵੇਂ ਪਰਮਾਤਮਾ ਰੱਖੇ, ਜਿਵੇਂ ਜਿਵੇਂ ਗੁਰੂ ਸਾਹਿਬ ਰੱਖਣ, ਉਵੇਂ ਉਵੇਂ ਹੀ ਪ੍ਰਸੰਨ ਰਹੇ। ਗੁਰ ਪ੍ਰਸਾਦ ਨਾਨਕ ਸੱਚ ਕਹੈ। ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਜੋ ਮੈਂ ਇਹ ਕਿਹਾ ਨਾ, ਸੱਚ ਕਿਹਾ, ਕਿਉਂਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਹ ਵੇਲਾ ਹੈ ਸੱਚ ਸੁਣਾਉਣ ਦਾ। ਬਾਬਰ ਵਰਗਿਆਂ ਦਾ ਰਾਜ ਸੀ। ਬਾਬਰ ਵਰਗਿਆਂ ਨੇ ਸੰਤਾਂ, ਮਹਾਤਮਾ, ਫਕੀਰਾਂ, ਮਹਾਂਪੁਰਖਾਂ ਨੂੰ ਹੱਥ 'ਚ ਚੱਕੀਆਂ ਫੜਾਤੀਆਂ। ਧੰਨ ਗੁਰੂ ਨਾਨਕ ਸਾਹਿਬ ਬਾਬਰ ਦੀ ਜੇਲ੍ਹ 'ਚ ਜਾ ਕੇ ਸਤ ਕਰਤਾਰ ਦਾ ਉਪਦੇਸ਼ ਦੇਣ ਲੱਗੇ ਤੇ ਚੱਕੀਆਂ ਆਪੇ ਚੱਲਣ ਲੱਗ ਪਈਆਂ, ਰੱਬ ਦੇ ਭਰੋਸੇ, ਨਾਮ ਦੇ ਭਰੋਸੇ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸੱਚ ਆਖਿਆ ਹੈ। ਬਾਬਰ ਨੂੰ ਕਿਹਾ ਤੂੰ ਬਾਬਰ ਨਹੀਂ ਜਾਬਰ ਹੈ, ਜ਼ੁਲਮ ਕੀਆ ਜ਼ੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਤੈਨੂੰ ਖੁਦਾ ਤੋਂ ਜਵਾਬ ਦੇਣਾ ਪਏਗਾ, ਤੈਨੂੰ ਉਹ ਤੋਂ ਜਵਾਬ ਮਿਲੇਗਾ। ਦਰਗਾਹ ਚੋਂ ਧੱਕੇ ਪੈਣਗੇ ਤੈਨੂੰ। ਇਸ ਕਰਕੇ ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਅੱਜ ਇਹਨਾਂ ਰਾਜਿਆਂ ਮਹਾਰਾਜਿਆਂ ਨੂੰ ਨਹੀਂ ਪਤਾ ਲੱਗਦਾ ਕਿ ਕਿੰਨੀ ਮੰਗਿਆਈ ਕੀਤੀ ਹੋਈ ਹੈ। ਸੰਗਤ ਜੀ, ਅਮੀਰ ਅਮੀਰ ਹੋ ਰਿਹਾ ਤੇ ਗਰੀਬ ਵਿਚਾਰਾ ਥੱਲੇ ਧੱਸ ਰਿਹਾ ਪਤਾਲ ਵਿੱਚ। ਕਈਆਂ ਕੋਲ ਖਾਣਾ 2 ਟਾਈਮ ਦਾ ਖਾਣ ਨੂੰ ਨਹੀਂ ਹੈ ਤੇ ਕਈ ਨੋਟਾਂ ਦੀ ਅੱਗ ਬਾਲ ਰਹੇ। ਇੰਨਾ ਧਨ ਜਮਾ ਪਿਆ ਹੈ। ਸੋ ਇਹ ਪਾਪ ਅਪਰਾਧ ਹੈ। ਮੈਂ ਪਿਛਲੇ ਐਤਵਾਰ ਵੀ ਇਹ ਬੇਨਤੀ ਕੀਤੀ ਸੀ ਕਿ ਜ਼ਿਮੀਂਦਾਰਾਂ ਨਾਲ, ਇਹ ਕਿਸਾਨ ਨਾਲ ਬਹੁਤ ਵੱਡਾ ਅਨਿਆਂ ਹੋ ਰਿਹਾ ਹੈ। ਗਲਾ ਘੁੱਟਿਆ ਜਾ ਰਿਹਾ ਹੈ। ਐਸੀਆਂ ਸਰਕਾਰਾਂ ਬਣਾਈਆਂ ਤੇ ਤੁਸੀਂ ਲੋਕਾਂ ਨੇ। ਜਦੋਂ ਇਲੈਕਸ਼ਨਾਂ ਆਉਂਦੀਆਂ ਸਾਨੂੰ ਉਸ ਟਾਈਮ ਤੇ ਗੱਲਾਂ ਨੂੰ ਵਿਚਾਰਨਾ ਚਾਹੀਦਾ। ਸਾਧ ਸੰਗਤ, ਜੇ ਤੁਸੀਂ ਕਹੋ ਕਿ ਇਸ ਗੱਲ ਦਾ ਤਾਂ ਕੋਈ ਕਥਾ ਵਿਚਾਰ ਵਿੱਚ ਕੁਝ ਬੋਲਣਾ ਨਹੀਂ ਚਾਹੀਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ ਸ਼ਾਂਤ ਰਹੇ। ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 6 ਜੰਗ ਕਾਹਦੇ ਲਈ ਕੀਤੇ? ਮਜਲੂਮ ਦੀ ਰੱਖਿਆ ਕਰਨ ਲਈ, ਧਰਮ ਦੀ ਰੱਖਿਆ ਕਰਨ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਲੋਹਾ ਲਿਆ। ਮਜਲੂਮਾਂ, ਦੀਨ ਦੁਖੀਆਂ ਦੀ ਰੱਖਿਆ ਕੀਤੀ। ਸੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਵੀ ਸ਼ਾਂਤ ਰਹਿ ਕੇ ਤਿਲਕ ਤੇ ਜੰਝੂ ਤੇ ਗਊ ਤੇ ਗਰੀਬ ਦੀ ਰੱਖਿਆ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਉਹਨਾਂ ਦੇ ਸਾਹਿਬਜ਼ਾਦੇ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਧਰਮ ਦੇ ਵਿਰੋਧੀ, ਸੱਚ ਦੇ ਵਿਰੋਧੀਆਂ ਨਾਲ ਜੰਗ ਕੀਤੇ। ਤੇ ਸਾਧ ਸੰਗਤ, ਅੱਜ ਤੱਕ ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਅੰਦਰ ਦਾ ਤੇ ਬਾਹਰ ਦਾ, ਜਦੋਂ ਅੰਦਰੋਂ ਧਿਆਨ ਨਾ ਜੁੜੇ, ਚਿੱਤ ਨਾ ਲੱਗੇ,
ਅੰਦਰੋਂ ਕੋਈ ਮਨ ਖਰਾਬ ਕਰੇ ਤੇ ਇਹਦੇ ਨਾਲ ਅੰਦਰੋਂ ਜੰਗ ਕਰਨਾ, ਯੁੱਧ ਕਰਨਾ ਹੈ। ਤੇ ਜਦੋਂ ਸਾਧ ਸੰਗਤ ਬਾਹਰੋਂ ਕੋਈ ਕਿਸੇ ਨੂੰ ਤੰਗ ਕਰੇ, ਪਰੇਸ਼ਾਨ ਕਰੇ, ਫਿਰ ਮਹਾਰਾਜ ਕਹਿੰਦੇ ਨੇ ਇਸ ਕਰਕੇ ਇਹ ਜਿਹੜੀ ਕਿਰਪਾਨ ਹੈ ਇਹ ਮਜਲੂਮ ਤੇ ਨਹੀਂ ਚੱਲਦੀ, ਇਹ ਜਾਬਰ ਤੇ ਬਾਬਰ ਵਰਗਿਆਂ ਤੇ ਚੱਲਦੀ ਹੈ। ਅਸ਼ੋਕ ਨੇ ਤਲਵਾਰ ਚੁੱਕੀ ਸੀ ਸਾਧ ਸੰਗਤ, ਪਰੰਤੂ ਉਹ ਤਲਵਾਰ ਮਜਲੂਮ ਤੇ ਚੁੱਕੀ ਸੀ। ਰਾਵਣ ਨੇ ਆਪਣਾ ਬਲ ਲਗਾਇਆ, ਮਜਲੂਮ ਤੇ ਲਗਾਇਆ। ਪਰੰਤु ਸਾਧ ਸੰਗਤ ਜਦੋਂ ਵੀ ਆਵਾਜ਼ ਉਠਾਈ, ਭਲੇ ਪੁਰਖਾਂ ਅਵਤਾਰੀ ਪੁਰਸ਼ਾਂ ਨੇ ਗਰੀਬ ਦੇ ਹੱਕ ਵਿੱਚ ਉਠਾਈ, ਕਿਰਤੀ ਦੇ ਹੱਕ ਵਿੱਚ ਉਠਾਈ। ਨਹੀਂ ਤਾਂ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਪਾਪੀ ਹਮੇਸ਼ਾ ਪਾਪ ਕਰਦੇ ਹਨ ਤੇ ਧਰਮੀ ਲੋਕ ਹਮੇਸ਼ਾ ਧਰਮ ਵਿੱਚ ਆਪਣਾ ਬਲੀਦਾਨ ਵੀ ਦਿੰਦੇ ਨੇ। ਤੇ ਪਖੰਡ ਦੇ, ਅਧਰਮ ਦੇ, ਕੁਕਰਮ ਦੇ ਵਿਰੁੱਧ ਉਹ ਸਾਧ ਸੰਗਤ ਫਿਰ ਹਥਿਆਰ ਵੀ ਚੁੱਕਦੇ। ਪਿੰਡਰਾਂ ਵਾਲੇ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਨੇ ਜੋ ਮੂਵਮੈਂਟ ਸ਼ੁਰੂ ਕੀਤੀ ਸੀ, ਉਸ ਦਾ ਵੀ ਮੇਨ ਮੁੱਦਾ ਇਹ ਸੀ ਕਿ ਜੋ ਪੰਜਾਬ ਦਾ ਹੱਕ ਹੈ ਉਹ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਹੈ। ਸਾਧ ਸੰਗਤ ਐਵੇਂ ਸਾਧੂ ਲੜਾਈ ਨਹੀਂ ਲੜਦਾ, ਐਵੇਂ ਮਹਾਂਪੁਰਖ ਕਿਸੇ ਨਾਲ ਨਹੀਂ ਲੜਦਾ। ਇਹ ਗੱਲ ਵੱਖਰੀ ਹੈ ਕਿ ਸਿਆਸੀ ਲੋਕਾਂ ਕੋਲ ਬੜੇ ਹਥਿਆਰ ਹੁੰਦੇ ਨੇ, ਪਰੰਤੂ ਸਾਧ ਸੰਗਤ ਸਾਧੂ ਕੋਲ ਇੱਕ ਧਰਮ, ਨਿਆਂ, ਸੱਚਾਈ ਹਥਿਆਰ ਹੁੰਦਾ ਹੈ। ਬਾਕੀ ਉਸ ਦਾ ਤਪੋ ਬਲ ਉਸ ਦਾ ਹਥਿਆਰ ਹੁੰਦਾ। ਕਈ ਜ਼ਬਾਨ ਨਾਲ ਕੁਝ ਬੋਲ ਦੇਣ ਤੇ ਸਾਧ ਸੰਗਤ ਰੱਬ ਵੀ ਨਹੀਂ ਮੋੜਦਾ। ਜਦੋਂ ਬੰਦਗੀ ਵਾਲੇ ਮੁਖ ਤੋਂ ਬੋਲ ਦੇਣ, ਰੱਬ ਵੀ ਉਹਨਾਂ ਦੇ ਬੋਲ ਨਹੀਂ ਮੋੜਦਾ। ਸਾਧ ਬਚਨ ਅਟਲਦ। ਇਸ ਵਾਸਤੇ ਸਾਧ ਸੰਗਤ ਸਮੇਂ ਅਨੁਸਾਰ ਸਤਿਪੁਰਖਾਂ ਨੇ ਇਹ ਆਵਾਜ਼ ਉਠਾਈ ਤੇ ਆਹੂਤੀਆਂ ਦਿੱਤੀਆਂ। ਅੱਜ ਵੀ ਹਰੇਕ ਮਹਾਂਪੁਰਖ ਨੂੰ ਜ਼ਿਮੀਂਦਾਰ ਦਾ, ਕਿਸਾਨ ਦਾ ਜੋ ਗਲਾ ਘੁੱਟਿਆ ਜਾ ਰਿਹਾ, ਉਹਦੇ ਹੱਕ ਵਿੱਚ ਸਭ ਮਹਾਂਪੁਰਖਾਂ ਨੂੰ ਬੋਲਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਹਰੇਕ ਸਮੇਂ ਰਾਜ ਸਤਾ ਜਿਹੜੀ ਹੈ ਨਾ ਨਹੀਂ ਰਹਿੰਦੀ। ਜਿਹੜੇ ਰਾਜੇ ਮਹਾਰਾਜੇ ਧਰਮੀ ਹੋਏ ਨੇ ਉਹਨਾਂ ਦਾ ਅੱਜ ਵੀ ਇਤਿਹਾਸ ਵਿੱਚ ਨਾਮ ਲਿਆ ਜਾਂਦਾ ਹੈ। ਰਾਜਾ ਪੀਪਾ, ਰਾਜਾ ਭਰਥਰੀ, ਰਾਜਾ ਜਨਕ, ਰਾਜਾ ਸਿਖਰ ਤੁਜ, ਰਾਜਾ ਮੋਰ ਤੁਜ, ਹਾਂਜੀ, ਅਨੇਕਾਂ ਐਸੇ ਰਾਜੇ ਹੋਏ ਹਨ ਜਿਨ੍ਹਾਂ ਦਾ ਸਤਿਕਾਰ ਨਾਲ ਨਾਮ ਲਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਪੋਂ ਰਾਜ ਤੇ ਰਾਜੋ, ਤਪ ਕਰਕੇ ਜੇ ਰਾਜ ਮਿਲਿਆ, ਰਾਜ ਸਤਾ ਪਾ ਕੇ ਕੋਈ ਪਾਪ ਕਰਦਾ ਤਾਂ ਫਿਰ ਨਰਕ ਖਲੋਤਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਬਹੂ ਅਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰ ਪ੍ਰਸਾਦ ਨਾਨਕ ਸੱਚ ਕਹੇ। ਸੱਚ ਕਹੈ। ਸਾਹਿਬ ਜੀ ਕਹਿੰਦੇ ਸੱਚ ਬੋਲਿਆ ਹੈ, ਗੁਰੂ ਦੀ ਕਿਰਪਾ ਨਾਲ ਸੱਚ ਕਿਹਾ ਹੈ। ਭਾਈ ਜੇ ਮਨ ਸਾਡਾ ਐਵੇਂ ਹੀ ਰਹੇਗਾ, ਉਤਰਾ ਚੜ੍ਹਾਅ ਵਿੱਚ ਰਹੇਗਾ, ਤਾਂ ਫਿਰ ਇਹ ਆਉਂਦਾ ਜਾਂਦਾ ਜੰਮਦਾ ਮਰਦਾ ਰਹੇਗਾ। ਮਨਮੁਖ ਆਵੈ ਮਨਮੁਖ ਜਾਵੈ,
मनमुख फिर चोटा खावे चोटा खावे। जितने नरक से मनमुख भोगै गुरमुख लेप ना मासा ले। गुरमुख पुरुषां नूं लेश मात्र भी दुख नहीं लगदा ते मनमुखां दा बार बार जन्म हुंदा है। इसलिए सतगुरु सच्चे पातशाह जी कहते हैं ओदी किरपा दे पात्र बने रहिए, ओदे हुक्म विच रहिए, मालक दे हमेशा गुण गाइए, चंगी किरत विरत करिए, वंड के छकीए ते परमात्मा दा भाणा मिठा करके मनिए। अज बहुत लोग जो कुछ भी दुनिया ते हो रहा है रब दा रंग समझ के फिर भी सत कह के विचारे गुजारा कर लेंदे ने, फिर भी मालक दी रंगां च ही रहंदे ने जो तैनूं पाउंदा ठीक है। परंतु साध संगत जदों अत दा पाप दुनिया ते फैल जाता है, जदों कोई साधन नहीं बनता ना उस टाइम ते फिर साध संगत परमात्मा नूं संसार ते आउणा पैंदा। यदा यदा ही धर्मस्य ग्लानिर् भवति भारत अभ्युत्थान धर्मस्य तदात्मानं सृजाम्यहम्। आके की करदे अवतारी पर परित्राणाय साधूनां विनाशाय दुष्कृतां। ਜਿਹੜੇ ਲੋਕ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਫਿਰ ਸਜ਼ਾ ਦਿੰਦੇ ਹਨ ਤੇ ਜਿਹੜੇ ਸਤਵਾਦੀ ਭਾਣੇ ਵਿੱਚ ਰਹਿਣ ਵਾਲੇ ਲੋਕ ਪਰਿਤਰਾਣਾਏ ਸਾਧੂ ਨਾਮ ਉਹਨਾਂ ਦਾ ਪਾਰ ਉਤਾਰਾ ਉਤਾਰੀ ਪੁਰਖ ਕਰਦੇ ਨੇ ਤੇ ਪਰਿਤਰਾਣਾਏ ਸਾਧੂ ਨਾਮ ਵਿਨਾਸ਼ਾਏ ਦੁਸ਼ਕ੍ਰਿਤਾਮ। ਦੋਖੀਆਂ ਨੂੰ ਫਿਰ ਸਜ਼ਾ ਦਿੱਤੀ ਜਾਂਦੀ ਹੈ ਇੱਕ ਵੱਡੇ, क्योंकि जिन्ना पाप ज़्यादा वधदा गया कलयुग की उम्र घटती जानी है, कलयुग शिखरां ते तुरिया जाना। अपराध देखो ना हुण 10 सालों के अंदर तुसी वेख रहे हो 10 साल पिछले तो फिर गैस करो आने वाले 10-20 सालों तक की हालत होएगी। अज हरेक बंदा चिंता तुर है ना, धार्मिक बंदे दे मन अंदर भी चिंता खलोती है की बन रहा है, ये की हो रहा है। सो संगत जी सतवादी पुरुष अजे भी परमात्मा दे हुक्म च रहिंदे ने। फड़ फड़ के बाबर ने, फड़ फड़ के औरंगजेब ने, फड़ फड़ के रावण कंस वर्गियां ने जेलों च दे दिते। कंस ने अपना पिता जेल विच फड़ के दे दिता। सुख सुख के साथ संगत शरीर पिंजर हो गया सी उसका, बाणी अंदर नाम आउंदा जेल विच दे दिता, कैद कर दिता। एहो जे पुत जम्मण का की फायदा कि अपने पिता दे चंगे राज नूं कट के ते उस नूं राजगद्दी ते बैठ के जेल विच धक देवे। एहो जे पुत्र साध संगत कलयुग अंदर बहुत ऐसा कुछ हो रहा देखण नूं आ रहा। वडभागे हन जो अपने माता पिता की सेवा भी करते हैं, महापुरखों की संगत भी करते हैं, परमात्मा का नाम भी जपते हैं। गुरु की मेहर है कि अपनी किरत करके वंड के छकते ने। सतगुरु कृपा करन। अरदास करते हैं कि सच्चे पातशाह ऐसा जीवन बख्शो कि आप दे रंगां विच ये मन रंगिया रहे, आप दे भाणे अंदर ये मन हमेशा तत्पर रहे। ते वाहिगुरु सच्चे पातशाह भलियां बुरियां नूं आप जानदा है, कट कट के अंतर की जानत, भले बुरे की पीर पछानत। बुरियां नाल सब बुरा करेंदे, माफ करन कई सियाणे, बुरियां नाल किछ नेकी करनी है गुरु नानक जाने।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਬਿਰਦ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਹਰੇਕ ਗੁਰੂ ਕਾ ਸਿੱਖ ਸਰਬੱਤ ਦਾ ਭਲਾ ਹੀ ਮੰਗੇ। ਆਪੇ ਵਾਹਿਗੁਰੂ ਜੀ ਨੇ ਜਿਹਨੂੰ ਸਜ਼ਾ ਦੇਣੀ ਆ ਉਹਨੇ ਦੇ ਦੇਣੀ ਆ, ਤੇ ਜਿਹਨੂੰ ਉਹਨੇ ਖੁਸ਼ੀ ਦੇਣੀ ਉਹਨੂੰ ਦੇ ਦੇਣੀ ਆ। ਜਿਹੜਾ ਉਹਦੇ ਰੰਗ 'ਚ ਰਹਿੰਦਾ ਉਸ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਹਮੇਸ਼ਾ ਨਿਵਾਸ ਬਖਸ਼ਦੇ ਨੇ, ਤੇ ਜਿਹੜਾ ਬੇਮੁਖ ਰਹਿੰਦਾ ਹੈ ਜੰਮਦਾ ਮਰਦਾ ਦੁਖੀ ਸੁਖੀ ਰਹਿੰਦਾ ਹੈ। ਸਤਿਗੁਰਾਂ ਦੇ ਪਾਵਨ ਬਚਨ ਆਪ ਸੰਗਤ ਨੇ ਸਰਵਣ ਕੀਤੇ ਨੇ। ਧੰਨਵਾਦੀ ਹਾਂ, ਆਪ ਸੰਗਤ ਚੱਲ ਕੇ ਆਏ ਹੋ, ਆਪਣਾ ਸਮਾਂ ਸਫਲ ਕੀਤਾ ਹੈ। ਹਰੇਕ ਐਤਵਾਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਹੈ। ਸੰਗਤਾਂ ਘਰਾਂ ਤੋਂ ਪ੍ਰਸ਼ਾਦਾ ਬਣਾ ਕੇ ਲਿਆਉਂਦੀਆਂ ਹਨ, ਨਾਲੇ ਸੰਗਤ ਵਿੱਚ ਬੈਠ ਕੇ ਲਾਹਾ ਲੈਂਦੇ ਹੋ। ਆਓ ਗੁਰਬਾਣੀ ਦਾ ਇੱਕ ਸ਼ਬਦ ਗੁਰਮੁਖ ਪਿਆਰੇ ਭਾਈ ਸੁੱਖਾ ਸਿੰਘ ਜੀ ਦੇ ਜਥੇ ਤੋਂ ਆਪ ਜੀ ਸਰਵਣ ਕਰੋ। ਉਸ ਤੋਂ ਉਪਰੰਤ ਗੁਰੂ ਕਾ ਲੰਗਰ ਪਿਆਰ ਨਾਲ ਛਕ ਕੇ ਖੁਸ਼ੀਆਂ ਲਿਆਓ ਜੀ। ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।